दास पाट कीरत की। गुरु रामदास राखो शरनाई। सतनाम श्री वाहेगुरु साहिब जियो। गौड़ी महला पंजवा। शांत पाई गुर गोबिंद पाई। ताप पाप बिन से मेरे भाई। शांत पाई गुर गोबिंद पाई। ताप पाप बिन से मेरे भाई। रहाओ राम नाम नित रसन बखान। बिन से रोग पाए कल्याण। पार ब्रह्म गुण अगम विचार। साधु संगम है निस्तार। निर्मल गुण गावो नित नीत। गई बेयाद उबरे जन मीत। मन बच क्रम प्रभ अपना तिहाई। नानक दास तेरी शरनाई। मन बच क्रम प्रभ अपना तिहाई। नानक दास तेरी शरनाई। वाहिगुरु जी का खालसा वाहिगुरु जी की फतेह। जुग हो जुग अटल चवर छतर तख्त दे मालक। बाणी के बोहित मेहरां दे साईं बख्श शांडी भंडार। वालिए कुल आलम राजान राज। पानान पान देवान देव उपमा महान। धन 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 सतगुरु श्री गुरु ग्रंथ साहिब पातशाह जी महाराज जी पावन पवित्र मुकद्दस गोद अंदर हाजरीन होए बैठे गुरु सवारे सत्संगी जनों वडभागे हाँ। भाई गुरदेव ने ये सतसंग दियां घड़ियां बख्शिश कीतियां ने। बहुत ही रसपीनी आवाज दे विच भाई साहब भाई दिलबाग सिंह तिन्हां दे समुचे रागी जथे पासों इलाही बाणी दे कीर्तन दा आनंद माणिया है। भाई साहब शब्द सरवण करवा रहे सन।
ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ। ਗਫਲਤ ਦੀ ਨੀਂਦਰ ਵਿੱਚ ਸੁੱਤੇ ਹੋਏ ਮਨੁੱਖ ਨੂੰ ਪ੍ਰੇਰਨਾ ਦਿੰਦੀ ਹੈ, ਹਲੂਣਾ ਦਿੰਦੀ ਹੈ, ਜਗਾਉਂਦੀ ਹੈ ਤੇ ਐਸੀ ਕਿਰਪਾ ਬਖਸ਼ਿਸ਼ ਕਰਦੀ ਹੈ। ਉਹ ਮਨੁੱਖ ਬੰਧਨਾਂ ਤੋਂ ਨਿਰਲੇਪ ਹੋ ਕੇ ਪਰਮ ਪਿਤਾ ਪਰਮੇਸ਼ਰ ਦੇ ਵਿੱਚ ਵਿਲੀਨ ਹੋ ਜਾਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਥਾਂ ਪੁਰ ਥਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚ ਸੌਣਾ ਕੀ ਹੈ, ਜਾਗਣਾ ਕੀ ਹੈ, ਇਸ ਗੱਲ ਨੂੰ ਸੰਸਾਰ ਦੇ ਸਨਮੁਖ ਉਜਾਗਰ ਕੀਤਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ। ਜਦੋਂ ਮਾਲਕ ਆਖਦੇ ਨੇ ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ, ਜਦੋਂ ਮਿਹਰਾਂ ਦੇ ਸਾਈਂ ਕਿਰਪਾ ਦੇ ਘਰ ਵਿੱਚ ਆ ਕੇ ਇਹ ਬਖਸ਼ਿਸ਼ ਕਰਦੇ ਨੇ, ਹੇ ਭਾਈ ਆਪਣੇ ਜੀਵਨ ਕਾਲ ਦੇ ਵਿੱਚ ਇਸ ਗੱਲ ਨੂੰ ਪਰਪੱਕ ਸਮਝ ਲਿਆ ਜੀ। ਕੋਈ ਜ਼ਰੂਰੀ ਨਹੀਂ ਕਿ ਮਨੁੱਖ ਜਦੋਂ ਆਰਾਮ ਕਰਨ ਵਾਸਤੇ ਬਿਸਤਰੇ ਦੇ ਉੱਤੇ ਗਿਆ ਹੈ ਤੇ ਉਸ ਵੇਲੇ ਹੀ ਸੁੱਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਤੁਸੀਂ ਸੁੱਤਾ ਹੋਇਆ ਕਿਸ ਨੂੰ ਆਖਦੇ ਹੋ? ਤੇ ਬੜੀ ਸਪਸ਼ਟ ਜੀ ਉਦਾਹਰਨ ਹੈ। ਜਦੋਂ ਆਪਾਂ ਸੜਕ ਤੇ ਤੁਰੇ ਜਾਂਦੇ ਹਾਂ ਤੇ ਨਾਲ ਵਾਲੇ ਨੂੰ ਠੁੱਡਾ ਆ ਜਾਂਦਾ ਹੈ ਤੇ ਉਹਦਾ ਸਾਥੀ ਬੜੇ ਪਿਆਰ ਨਾਲ ਉਸ ਨੂੰ ਕਹਿੰਦਾ ਹੈ, ਭਾਈ ਅੱਖਾਂ ਖੋਲ ਕੇ ਚੱਲ। ਤੇ ਹੁਣ ਉਸਨੇ ਅੱਖਾਂ ਤੇ ਨਹੀਂ ਬੰਦ ਕੀਤੀਆਂ, ਪਰ ਧਿਆਨ ਉਹਦਾ ਕਿਤੇ ਹੋਰ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਨੇ ਇਸ ਕਿਰਪਾ, ਇਸ ਬਖਸ਼ਿਸ਼ ਨੂੰ ਇਸ ਤਰ੍ਹਾਂ ਸਪਸ਼ਟ ਕੀਤਾ, ਆਖਿਆ ਅੱਖਾਂ ਦੀ ਨੀਂਦਰ ਹੋਰ ਹੈ, ਕੰਨਾਂ ਦੀ ਨੀਂਦਰ ਹੋਰ ਹੈ, ਰਸਨਾ ਦੀ ਨੀਂਦਰ ਵੱਖਰੀ ਹੈ। ਤੇ ਦੁਨੀਆ ਦੇ ਵਿੱਚ ਜੇ ਕੋਈ ਜਾਗਦਾ ਹੋਇਆ ਲੱਭਣਾ ਹੋਇਆ ਤੇ ਬੜਾ ਮੁਸ਼ਕਲ ਹੋ ਜਾਣਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇਤਰਾਂ ਦੀ ਨੀਂਦ ਕਿਹੜੀ ਹੈ? ਤੇ ਮੇਰੇ ਸਾਈਂ ਨੇ ਕਿਰਪਾ ਬਖਸ਼ਿਸ਼ ਦੇ ਘਰ ਵਿੱਚ ਆ ਕੇ ਦੱਸਣਾ ਕੀਤਾ, ਨੈਣੋ ਨੀਂਦ, ਅੱਖਾਂ ਦੇ ਵਿੱਚ ਨੀਂਦਰ ਹੈ, ਪਰ ਦ੍ਰਿਸ਼ਟ ਵਿਕਾਰ। ਜਦੋਂ ਕੋਈ ਬਗਾਨਾ ਰੂਪ ਤੱਕਦਾ ਹੈ ਤੇ ਉਸ ਰੂਪ ਵੱਲ ਵੇਖ ਕੇ ਮਨੁੱਖ ਦੀ ਚੇਤਨਤਾ ਦੇ ਵਿੱਚ ਵਿਕਾਰ ਕਮਾਨ ਦਾ ਖਿਆਲ ਪ੍ਰਗਟ ਹੁੰਦਾ ਹੈ। ਮੇਰੇ ਖਿਆਲ ਦੇ ਵਿੱਚ ਜਿੱਥੇ ਕਿਤੇ ਵੀ ਦਾਸ ਦੀ ਆਵਾਜ਼ ਜਾ ਰਹੀ ਹੈ, ਇਸ ਗੱਲ ਨੂੰ ਸਾਨੂੰ ਸਪਸ਼ਟ ਸਮਝ ਲੈਣਾ ਚਾਹੀਦਾ ਹੈ। ਸੰਤ ਕਵੀ ਹੋਏ ਨੇ ਭਾਈ ਵੀਰ ਸਿੰਘ, ਜਿਹੜੇ ਆਪਣੀ ਇੱਕ ਰੁਬਾਈ ਦੇ ਵਿੱਚ ਇਹ ਗੱਲ ਕਹਿੰਦੇ ਨੇ, ਅੱਖੀਓ ਤੱਕਣਾ ਬਾਣ ਤੁਹਾਡੀ, ਕੌਣ ਕਹੈ ਤੁਸੀਂ ਤੱਕੋ ਨਾ। ਤੱਕੋ ਨਹੀਂ, ਤੁਸੀਂ ਰੱਜ ਰੱਜ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ। ਪਰ ਇਸ ਤੱਕ ਵਿੱਚ ਚੇਤੇ ਰੱਖਿਓ, ਮੈਲੀਆਂ ਮੂਲ ਨਾ ਹੋਇਓ ਜੇ, ਦਾਤੇ ਦੇ ਉਸ ਅੰਮ੍ਰਿਤ ਵਿੱਚ ਜ਼ਹਿਰ ਘੋਲ ਤੁਸੀਂ ਫੱਕੋ ਨਾ।
ਜਦੋਂ ਮੇਰੇ ਦਾਤੇ ਨੇ ਇਹ ਕਿਰਪਾ ਬਖਸ਼ਿਸ਼ ਕੀਤੀ, ਆਖਿਆ ਇਹ ਨੇਤਰੋ ਮੇਰਿਓ, ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਕਿੰਨੀਆਂ ਕੁ ਅੱਖਾਂ ਨੇ ਗੁਰੂ ਪਿਆਰੀ ਸਾਧ ਸੰਗਤ, ਜੜੀਆਂ ਇਸ ਸੰਸਾਰ ਦੇ ਵਿੱਚ ਪਰਮ ਪਿਤਾ ਪਰਮੇਸ਼ਰ ਦੇ ਦਰਸ਼ਨ ਕਰਦੀਆਂ, ਕੁਦਰਤ ਨੂੰ ਵੇਖ ਕੇ, ਇਸ ਸਾਰੇ ਪਰਸਾਰੇ ਨੂੰ ਵੇਖ ਕੇ ਮੇਰਾ ਗੁਰੂ ਵਿਸਮਾਦ ਦੇ ਵਿੱਚ ਚਲਾ ਜਾਂਦਾ ਹੈ। ਮੇਰਾ ਗੁਰੂ ਇਹ ਕਿਰਪਾ ਬਖਸ਼ਿਸ਼ ਕਰਦਾ ਹੈ, ਇਸ ਖੂਬਸੂਰਤ ਕਾਇਨਾਤ ਨੂੰ ਘੜਨ ਵਾਲਿਆ, ਤੂੰ ਆਪ ਕਿੱਡਾ ਖੂਬਸੂਰਤ ਹੋਵੇਂਗਾ। ਤੇ ਕਿਸੇ ਅਹਿਸਾਸ ਦਾ ਇਹ ਸ਼ਿਖਰ ਹੈ ਕਿ ਮਨੁੱਖ ਦੇ ਵਿੱਚੋਂ ਇਨਸਾਨ ਨੂੰ ਨਾ ਵੇਖ ਕੇ ਭਗਵਾਨ ਦੇ ਦਰਸ਼ਨ ਕਰ ਰਿਹਾ ਹੈ। ਤੇ ਇਸ ਗੱਲ ਨੂੰ ਸਿਰਫ ਜ਼ਬਾਨ ਨਾਲ ਕਹਿਣਾ ਵੀ ਰੱਬ ਹਰ ਥਾਂ ਤੇ ਹੈ, ਜੇ ਰੱਬ ਹਰ ਥਾਂ ਤੇ ਹੈ ਤੇ ਕੀ ਸਾਡਾ ਵਿਵਹਾਰ ਹਰ ਥਾਂ ਦੇ ਉੱਤੇ ਉਵੇਂ ਹੈ ਜਿਵੇਂ ਅਸੀਂ ਭਗਵਾਨ ਨੂੰ, ਰੱਬ ਨੂੰ ਰਿਸਪੌਂਡ ਕਰ ਰਹੇ ਹੋਈਏ? ਮੇਰੇ ਖਿਆਲ ਦੇ ਵਿੱਚ ਕਦਾਚਿਤ ਨਹੀਂ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਨੇ ਇਸ ਬ੍ਰਹਿਮੰਡ ਦੇ ਉੱਤੇ ਕਿਰਪਾ ਬਖਸ਼ਿਸ਼ ਕੀਤੀ, ਸਮਝਾਉਂਦਿਆਂ ਆਖਿਆ ਇਹ ਨੇਤਰੋ ਮੇਰਿਓ, ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ। ਗੁਰੂ ਪਿਆਰੀ ਸਾਧ ਸੰਗਤ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿੰਨੇ ਸਕਾਲਰ ਹੋਏ ਨੇ, ਉੱਥੇ ਧਰਮ ਅਧਿਐਨ ਦੀ MA ਕਰਵਾਈ ਜਾਂਦੀ ਹੈ। ਦਾਸ ਉਸ ਦਾ ਵਿਦਿਆਰਥੀ ਵੀ ਰਿਹਾ ਹੈ। ਤੇ ਨਾਮ ਦੇ ਸੰਦਰਭ ਵਿੱਚ ਜਿੰਨੀਆਂ ਕਿਤਾਬਾਂ ਲਿਖੀਆਂ ਗਈਆਂ, ਸਾਰਿਆਂ ਦੀ ਇੱਕ ਸਾਂਝੀ ਜਿਹੜੀ ਧਾਰਨਾ ਹੈ, ਉਹ ਸੰਸਾਰ ਦੇ ਸਨਮੁਖ ਉਜਾਗਰ ਕੀਤੀ ਗਈ। ਤੇ ਸੁਣਿਆ ਜੇ ਮੇਰੀ ਇਸ ਬੇਨਤੀ ਨੂੰ ਤਵੱਜੋਂ ਦੇ ਕੇ ਉਹ ਵਿਦਵਾਨ ਸੱਜਣ ਕੀ ਲਿਖਦੇ ਨੇ। ਕਹਿਣ ਲੱਗੇ, ਕਾਦਰ ਦੀ ਬਣਾਈ ਹੋਈ ਕੁਦਰਤ ਦੇ ਵਿੱਚੋਂ ਉਸ ਦੇ ਦਰਸ਼ਨ ਕਰ ਲੈਣਾ ਨਾਮ ਦੀ ਪ੍ਰਾਪਤੀ ਹੈ। ਨਾਮ ਦੇ ਉੱਤੇ ਕਿੰਨਾ ਕੁਝ ਕਿਹਾ ਗਿਆ ਹੈ, ਕਿੰਨਾ ਕੁਝ ਬੋਲਿਆ ਗਿਆ ਹੈ, ਕਿੰਨਾ ਕੁਝ ਲਿਖਿਆ ਗਿਆ ਹੈ, ਪਰ ਹਾਂ ਜਿਹੜਾ ਉਹਦੇ ਰਿਜ਼ਲਟ ਦੀ ਗੱਲ ਹੈ ਵੀ ਇਹ ਮਨੁੱਖ ਨਾਮੀ ਤੱਕ ਪਹੁੰਚ ਗਿਆ, ਉਹਦੇ ਅੰਦਰ ਦੀ ਅਵਸਥਾ ਕੀ ਹੈ, ਉਹ ਭਾਈ ਕਨ੍ਹਈਏ ਦੇ ਵਾਂਗ ਫੇਰ ਕਿਸੇ ਵਿੱਚੋਂ ਮੇਰ ਤੇਰ ਦੀ ਭਾਵਨਾ ਰੱਖ ਕੇ ਨਹੀਂ ਵੇਖਦਾ, ਉੱਚੇ ਨੀਵੇਂ ਦਾ ਖਿਆਲ ਨਹੀਂ ਰੱਖਦਾ, ਆਪਣੇ ਬਗਾਨੇ ਵਾਲਾ ਭਾਵ ਉਹਦੀ ਜ਼ਿੰਦਗੀ ਦੇ ਵਿੱਚੋਂ ਮਨਫੀ ਹੋ ਜਾਂਦਾ ਹੈ। ਤੇ ਗੁਰੂ ਪਿਆਰੀ ਸਾਧ ਸੰਗਤ, ਇਹ ਉੱਚਤਾ ਦੀ ਉਹ ਸਿਖਰ ਹੈ ਜਿਹਨੂੰ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਜੈ ਜੈ ਪੇਖੋ ਤੈ ਹਜ਼ੂਰ, ਦੂਰ ਕਤੋਂ ਨਾ ਜਾਈ। ਰੱਬ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਈਤ ਊਤ ਨਹੀਂ ਵਿਛੁਰੈ, ਸੋ ਸੰਗੀ ਗਣੀਐ। ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਣੀਐ। ਪ੍ਰਤ ਪਾਲੈ ਅਪਿਆਉ ਦੇ, ਕਛ ਊਣ ਨਾ ਹੋਈ। ਸਾਸ ਸਾਸ ਸੰਭਾਲਤਾ, ਮੇਰਾ ਪ੍ਰਭ ਸੋਈ। ਅਛਲ ਅਛੇਦ ਅਪਾਰ ਪ੍ਰਭ, ਊਂਚਾ ਜਾਂ ਕਾ ਰੂਪ। ਜਪ ਜਪ ਕਰੈ ਆਨੰਦ ਜਨ, ਆਚਰਜ ਅਨੂਪ। ਅਖੀਰਲੀਆਂ ਪੰਕਤੀਆਂ। ਸਾ ਮਤ ਦੇਹੋ ਦਇਆਲ ਪ੍ਰਭ, ਜਿਤ ਤੁਮੈ ਆਰਾਧਾ। ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਧਾ। ਮੇਰੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਨੇ ਬਖਸ਼ਿਸ਼ ਕੀਤੀ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ।
एकल माटी कुंचर चिंटी भांजन है, बहु नाना रे अस्थावर जंगम, कीट पतंगम घट घट राम समाना रे। मैं वापस आ जा जड़ी बेनती करन लगा सा, मेरे धन सतगुरु श्री गुरु गोबिंद सिंह पातशाह जी महाराज दे कोल कुछ सज्जन कंप्लेंट शिकायत लैके गए। मैदाने जंग विच किड्डियां मुश्किलां दे नाल हमलावरां नूं असीं ठल्लने आ, रोकदे आ, कोई फट लाउने आ। कैसा तुहाडा सिख है जड़ा सिखां दे नाल नाल दुश्मनां नूं भी पानी पियाई जांदा है। ते गुरु प्यारी साध संगत, मेरे हजूर ने सुनेहा कलिया कि भाई कन्हैया जी नूं बुला के लिया। हजूर दे सन्मुख हाजिर होए, जवाब तलबी की गई, कन्हैया तेरे बाबत जो कुछ ये सिख कह रहे ने कि ये दुरुस्त है? सच्चे पातशाह जी महाराज, मैनू पता नहीं इन्हां रब दे प्यारियां ने की आखिया है। ये ते अटल सच्चाई है ना, जदों गुरु अर्जन साहब कहंदे ने ना को बैरी नहीं बेगाना। दसो दुनिया विच किन्ने परसेंट लोग होणगे जड़े इस धारना नूं अपनी जिंदगी च वसा के रखदे होण। सानू ते वो बंदा हजम नहीं हुंदा जड़ा साडी विचारधारा दे उल्ट खरो जाए। इस तरह ही है ना जी, किते साडी गल नूं ही कट दे, ये भी छड्डो, असी गल करदे होईए माड़ा जिहा ध्यान सज्जे खब्बे कर लै, बंदे दा पारा चढ़ जांदा। कारण पेशेंस नहीं है। हाँ, डॉक्टर जसपाल सिंह होए ने वाइस चांसलर पंजाबी यूनिवर्सिटी पटियाला दे, वो कहते ने गुरु तेग बहादुर साहब पातशाह जी महाराज की शहादत दियां बहुत खूबियां ने। भी कोई ऐसा रहबर जड़ा ना तिलक लांदा है ना जनेऊ पाउंदा है, ते ओ ब्रह्मंड विच रब नूं वेखदियां होयां जिथे अपने आप नूं लेखे लाउंदा। साडे विषय नाल संबंधित सिर्फ इको पंक्ति मैं कह के वापस आउणा, कहन लगे गुरु तेग बहादुर साहब पातशाह जी महाराज की शहादत प्रतीक है इस गल दा, मैं तेरे विचारां नाल सहमत नहीं। आई एम नॉट एग्री विद यू, जो कुछ तू कह रहे हैं मैं उहदे नाल कोई संबंध नहीं रखदा, पर तू अपने इन्हां विचारां दे नाल जिंदगी दा निग मान सके। तेरे विचारां दी आज़ादी वास्ते मैनू अपना आप भी लेखे लाना पिया, ते मैं उस तो पिछे नहीं हटांगा। तेनू फ्रीडम ऑफ स्पीच मिले, तेनू बोलन दा अपने मुताबिक, ये गल वखरी है जे अज उन्हां कोल राज भाग आया ते ओ बाकी सारियां दा दाना पानी बंद करन नूं फिरदे ने। ये सोच बिल्कुल वखरी है। भाई कन्हैया जी कहन लगे महाराज इन्हां ने तुहानू की कहा है मैनू नहीं पता, हाँ जो मेरी समझ बनी है मैं वो तुहानू दस देना। साडे पंजाबी दा एक शायर आ दो पंक्तियां सुन के दे फिर जरूर भाई चले जाया जे। कहन लगे मेरे पातशाह, भाई कन्हैया जी दे बोल, मेरे पातशाह सारे मैदान अंदर कोई तेथों बाहर नजर आया ही नहीं, जिधर चौवा पानी तेरा मुंह दिसे किसे गैर दे मुंह विच पाया ही नहीं। इन्हां नूं उथे अपना ते बगाना नजर आंदा होवेगा, पर मेरे अंदर दी हालत यह है मैनू स्वै तेरे तो कोई दूजा दिसिया ही नहीं। मेरे पातशाह सारे मैदान अंदर कोई तेथों बाहर नजर आया ही नहीं, जिधर चौवा पानी तेरा मुंह दिसे किसे गैर दे मुंह विच पाया ही नहीं। तेरा दसिया मैं तेनू की दसां, तू ते दुई दा पाठ पढ़ाया ही नहीं। एक हथ खंडा एक हथ अमृत किसे होर ने इदां पिलाया ही नहीं।
ਭਗਤੀ ਤੇ ਸ਼ਕਤੀ, ਹਰਮੰਦਰ ਸਾਹਿਬ ਤੇ ਅਕਾਲ ਤਖਤ, ਰਬਾਬ ਤੇ ਨਗਾਰਾ, ਮੀਰੀ ਤੇ ਪੀਰੀ, ਸੰਤ ਤੇ ਸਿਪਾਹੀ, ਐਸੀ ਕਿਰਪਾ ਤੂੰ ਇਸ ਸੰਸਾਰ ਦੇ ਉੱਤੇ ਕੀਤੀ। ਤੇ ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦਿਆਂ ਕਹਿਣ ਲੱਗੇ, ਏ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਭਾਈ ਇਹ ਜੋ ਸੰਸਾਰ ਦੇ ਵਿੱਚ ਭਾਵੇਂ ਸਾਨੂੰ ਭਾਉਂਦਾ ਭਾਵੇਂ ਨਹੀਂ ਭਾਉਂਦਾ, ਪਰ ਹੈ ਰੱਬ ਦਾ ਰੂਪ। ਪਸਾਰਾ ਪਰਮੇਸ਼ਰ ਦਾ ਏਕ ਹੈ, ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਸੰਤ ਕਵੀ ਬਾਬਾ ਬੁੱਲੇ ਸ਼ਾਹ ਜੀ, ਇੱਕ ਅਲਫ ਪੜੋ ਛੁਟਕਾਰਾ ਹੈ, ਇੱਕ ਅਲਫੋਂ 2 3 4 ਹੋਏ, ਫਿਰ ਲੱਖ ਕਰੋੜ ਹਜ਼ਾਰ ਹੋਏ, ਇਸ ਅਲਫ ਦਾ ਨੁਕਤਾ ਨਿਆਰਾ ਹੈ, ਇੱਕ ਅਲਫ ਪੜੋ ਛੁਟਕਾਰਾ ਹੈ। ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਜਿੱਥੇ ਸੰਸਾਰ ਨੂੰ ਇਹ ਹਲੂਣਾ ਦਿੰਦੇ ਨੇ, ਜਿਹੜੇ ਬਚਨ ਭਾਈ ਸਾਹਿਬ ਹੋਰਾਂ ਨੇ ਪੜ੍ਹੇ ਸਨ, ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਭਾਈ ਤੂੰ ਗਫਲਤ ਦੀ ਨੀਂਦਰ ਦੇ ਵਿੱਚ ਨਾ ਸੌਂ। ਬੁੱਲੇ ਸ਼ਾਹ ਦੀ ਰੁਬਾਈ ਹੈ, ਕਹਿਣ ਲੱਗੇ, ਉੱਠ ਜਾਗ ਕੁਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ। ਇੱਕ ਰੋਜ਼ ਜਹਾਨੋਂ ਜਾਣਾ ਏ, ਜਾ ਕਬਰੇ ਵਿੱਚ ਸਮਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਨ ਵਿਸਾਰ ਨਹੀਂ। ਉੱਠ ਜਾਗ ਕੁਰਾੜੇ ਮਾਰ ਨਹੀਂ। ਉਹ ਇਸ ਗਫਲਤ ਦੀ ਨੀਂਦਰ ਦੇ ਵਿੱਚੋਂ ਉੱਠ। ਤੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਕਿਰਪਾ ਬਖਸ਼ਿਸ਼ ਕੀਤੀ, ਆਖਿਆ, ਜਾਗ ਲੈ ਹੋ ਰੇ ਮਨਾ, ਜਾਗ ਲੈ ਹੋ, ਕਹਾਂ ਗਾਫਲ ਸੋਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੀ ਨੀਂਦਰ ਕਿਹੜੀ ਹੈ? ਹਜ਼ੂਰ ਕਹਿਣ ਲੱਗੇ, ਜੋ ਤਨ ਉਪਜਿਆ ਸੰਗ ਹੀ, ਸੋ ਪੀ ਸੰਗ ਨਾ ਹੋਇਆ। ਦੁਨੀਆ ਦੇ ਵਿੱਚ ਆਉਣ ਵੇਲੇ ਜਿਹੜਾ 5 ਭੂਤਕ ਸਰੀਰ ਸੱਜਣਾ ਨਾਲ ਲੈ ਕੇ ਆਇਆ, ਜਦੋਂ ਸੰਸਾਰ ਤੋਂ ਰੁਖਸਤ ਹੋਣਾ, ਇਹਨੇ ਵੀ ਇੱਥੇ ਰਹਿ ਜਾਣਾ, ਹੰਸ ਨੇ ਉਡਾਰੀ ਮਾਰ ਜਾਣੀ ਹੈ। ਤੇ ਭਾਈ ਕਨ੍ਹਈਆ ਜੀ ਦੀ ਮੁਬਾਰਕ ਰਸਨਾ ਤੋਂ ਇਹ ਬਚਨ, ਇਹ ਬੋਲ ਸੁਣ ਕੇ ਕਿ ਦਾਤਾ ਤੇਰੇ ਤੋਂ ਬਿਨਾ ਕੋਈ ਦੂਜਾ ਦਿਸਿਆ ਹੀ ਨਹੀਂ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਘੁੱਟ ਕੇ ਸੀਨੇ ਨਾਲ ਲਾਉਂਦੇ ਨੇ। ਸਾਰੀ ਸੰਗਤ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ, ਭਾਈ ਕਨ੍ਹਈਆ, ਜਿੱਥੇ ਅੱਜ ਤੋਂ ਬਾਅਦ ਕੱਲਾ ਪਾਣੀ ਨਹੀਂ ਪਿਆਉਣਾ, ਲੋੜ ਪੈਣ ਦੇ ਉੱਤੇ ਆ ਮਲਮ ਤੇ ਪੱਟੀ ਵੀ ਕਰਨੀ ਹੈ। ਤੇ ਨਾਲ ਇੱਕ ਬਚਨ ਸੰਗਤ ਨੂੰ ਸੰਬੋਧਨ ਹੋ ਕੇ ਆਖਿਆ, ਉਹ ਭਲਿਓ ਪੋਸੀਬਿਲਟੀ ਸੰਭਾਵਨਾ ਹੈ, ਤੁਸੀਂ ਤਲਵਾਰ ਦਾ ਫੱਟ ਮਾਰੋ, ਬੰਦਾ ਠੀਕ ਹੋ ਕੇ ਫੇਰ ਗੁਰੂ ਨਾਨਕ ਦੇ ਘਰ ਨਾਲ ਟੱਕਰ ਲੈਣ ਵਾਸਤੇ ਉੱਠ ਖਲੋਵੇ। ਪਰ ਜਿਹਦੇ ਹਿਰਦੇ ਉੱਤੇ ਭਾਈ ਕਨ੍ਹਈਏ ਦਾ ਪਿਆਰ ਵਾਲਾ ਤੀਰ ਚੱਲ ਗਿਆ, ਉਹ ਕਦੇ ਜ਼ਿੰਦਗੀ ਦੇ ਵਿੱਚ ਗੁਰੂ ਨਾਨਕ ਦੇ ਚਰਨਾਂ ਨੂੰ ਛੱਡ ਕੇ ਪਾਸੇ ਨਹੀਂ ਜਾਏਗਾ। ਅਸੀਂ ਜਿਨ੍ਹਾਂ ਉੱਤੇ ਹੱਲਾ ਕਰਨ ਆਏ ਆ, ਉਹ ਸਾਨੂੰ ਪਾਣੀ ਪਿਆਉਂਦੇ ਪਏ ਨੇ ਤੇ ਉਹ ਸਾਨੂੰ ਮਲਮ ਪੱਟੀ ਕਰਦੇ ਪਏ ਨੇ। ਤੇ ਇਹ ਧਾਰਮਿਕ ਜਗਤ ਦੀ ਉਹ ਸਿਖਰ ਹੈ ਜਿੱਥੇ ਜਾ ਕੇ ਗੁਰੂ ਪਿਆਰੀ ਸਾਧ ਸੰਗਤ ਮੇਰ ਤੇਰ, ਉੱਚਾ ਨੀਵਾਂ, ਆਪਣਾ ਬਗਾਨਾ, ਇਸ ਸਾਰੇ ਸੰਕਲਪ ਦੇ ਵਿੱਚੋਂ ਮਨੁੱਖ ਬਾਹਰ ਨਿਕਲ ਆਉਂਦਾ ਹੈ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੂੰ ਜੋਗੀ ਪੁੱਛਦੇ ਨੇ, ਦਾਤਾ ਜੀ ਤੁਸੀਂ ਸਾਨੂੰ ਕਹਿੰਦੇ ਹੋ ਭਗਵੇ ਕੱਪੜਿਆਂ ਵਾਲਾ ਰੱਬ ਨਾਲ ਨਹੀਂ ਜੁੜਿਆ ਹੋਇਆ, ਕੰਨਾਂ ਦੇ ਵਿੱਚ ਕੁੰਡਲ ਪਾਉਣ ਵਾਲਾ ਰੱਬ ਨਾਲ ਨਹੀਂ ਜੁੜਿਆ ਹੋਇਆ। ਆਖਿਆ ਜਿੰਨੇ ਅਸੀਂ ਭੇਖ ਬਣਾਏ
ਤੁਸੀਂ ਗੁਰਬਾਣੀ ਵਿੱਚ ਸਾਰੇ ਦੇ ਸਾਰੇ ਨੂੰ ਰੱਦ ਕਰ ਦਿੱਤਾ। ਸੁਣਿਆ ਜੇ ਬੇਨਤੀ ਨੂੰ ਧਿਆਨ ਨਾਲ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਰੱਬ ਨਾਲ ਜੁੜਿਆ ਕੌਣ ਹੈ? ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਬੋਲ ਨੇ। ਪਾਠ ਤੁਹਾਨੂੰ ਯਾਦ ਹੈ, ਜੋਗ ਨਾ ਖਿੰਥਾਂ। ਜੋਗ ਦਾ ਮਤਲਬ ਜੁੜਿਆ ਹੋਣਾ, ਰੱਬ ਨਾਲ ਜੁੜਿਆ ਹੋਇਆ ਕੌਣ ਹੈ? ਜੋਗ ਨਾ ਖਿੰਥਾਂ ਜੋਗ ਨਾ ਡੰਡੈ, ਜੋਗ ਨਾ ਭਸਮ ਚੜਾਈਐ। ਹਜ਼ੂਰ ਨੇ ਰਹਾਉ ਵਾਲੇ ਬੰਦ ਵਿੱਚ ਆਖਿਆ, ਗੱਲੀ ਜੋਗ ਨਾ ਹੋਏ। ਗੱਲਾਂ ਦੇ ਨਾਲ ਭਾਈ ਰੱਬ ਨਾਲ ਨਹੀਂ ਜੁੜਿਆ ਜਾ ਸਕਦਾ। ਅੱਗੇ ਕੀ ਬਚਨ ਹੈ ਜੀ? ਏਕ ਦ੍ਰਿਸ਼ਟ ਕਰ ਸੰਸਾਰ ਜਾਣੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੀ ਇਸ ਸੰਸਾਰ ਨੂੰ ਦੇਣ ਹੀ ਇਹ ਹੈ ਕਿ ਤੇਰੀਆਂ ਅੱਖਾਂ ਭਾਵੇਂ ਦੋ ਨੇ, ਪਰ ਗੁਰੂ ਪਿਆਰੀ ਸਾਧ ਸੰਗਤ ਦੋਵਾਂ ਅੱਖਾਂ ਦੇ ਨਾਲ ਅਸੀਂ ਇੱਕ ਅੱਖ ਨਾਲ ਇੱਕ ਪਾਸੇ ਤੇ ਦੂਜੀ ਅੱਖ ਨਾਲ ਦੂਜੇ ਪਾਸੇ ਨਹੀਂ ਵੇਖ ਸਕਦੇ। ਕਾਰਨ ਦੋ ਅੱਖਾਂ ਦੇ ਨਾਲ ਨਿਗਾਹ ਸਾਡੀ ਇੱਕੋ ਥਾਂ ਦੇ ਉੱਤੇ ਹੀ ਕੌਨਸਟਰੇਟ ਕਰੇਗੀ। ਕੰਨ ਭਾਵੇਂ ਦੋ ਨੇ ਪਰ ਸਾਡੀ ਕੌਨਸਟਰੇਸ਼ਨ ਇੱਕੋ ਗੱਲ ਦੇ ਉੱਤੇ ਲੱਗੇਗੀ। ਤੇ ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਾਰ ਜਾਣੈ। ਇਹ ਐਡਾ ਔਖਾ ਸੰਕਲਪ ਹੈ ਨਾ, ਜਿਹਨੂੰ ਲਫ਼ਜ਼ਾਂ ਦੇ ਰਾਹੀਂ ਕਹਿਣਾ ਵੀ ਆਸਾਨ ਨਹੀਂ ਹੈਗਾ। ਜਿਹੋ ਜਿਹਾ ਮਜ਼ਦੂਰ ਦੇ ਨਾਲ ਸਾਡਾ ਵਿਵਹਾਰ ਹੈ, ਉਹੋ ਜਿਹਾ ਮੁਲਕ ਦੇ ਮਾਲਕ ਨਾਲ ਹੋਵੇ, ਕੀ ਇਹ ਪੋਸੀਬਲ ਹੈ? ਜਿਹੋ ਜਿਹਾ ਮਾਂ ਦਾ ਸੰਬੰਧ ਧੀ ਨਾਲ ਹੈ, ਉਹੋ ਜਿਹਾ ਨੂੰਹ ਦੇ ਨਾਲ ਹੋਵੇ। ਮੈਂ ਪਹਿਲਾਂ ਤੁਹਾਨੂੰ ਬੇਨਤੀ ਕੀਤੀ, ਧਾਰਮਿਕ ਵਿਅਕਤੀ ਦੇ ਜੀਵਨ ਅੰਦਰ ਧਰਮ ਦਾ ਪ੍ਰਗਟ ਹੋ ਜਾਣਾ, ਮੋਹ ਵਿੱਚ ਤੇ ਮੁਹੱਬਤ ਵਿੱਚ ਫਰਕ ਹੀ ਇਹ ਹੈ, ਮੋਹ ਦੇ ਵਿੱਚ ਭਿੱਜੇ ਹੋਏ ਬੰਦੇ ਨੂੰ ਸਿਰਫ ਤੇ ਸਿਰਫ ਆਪਣਾ ਤੇ ਆਪਣਾ ਪਰਿਵਾਰ ਨਜ਼ਰ ਆਉਂਦਾ ਹੈ। ਜਿਹੜਾ ਪਿਆਰ ਦੀ ਪੀਂਘ ਦੇ ਵਿੱਚ ਝੂਟ ਜਾਂਦਾ, ਉਹਨੂੰ ਸਾਰੀ ਦੁਨੀਆ ਆਪਣੀ ਨਜ਼ਰ ਆਉਂਦੀ ਹੈ। ਇਸੇ ਵਾਸਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਮੋਹ ਦੀਆਂ ਤੰਦਾਂ ਦੇ ਵਿੱਚੋਂ ਕੱਢ ਕੇ ਮਨੁੱਖ ਮਾਤਰ ਨੂੰ ਮੁਹੱਬਤ ਦੇ ਸਮੁੰਦਰ ਵਿੱਚ ਗੋਤਾ ਲਾਉਣ ਦੀ ਪ੍ਰੇਰਣਾ ਕੀਤੀ ਤੇ ਆਖਿਆ, ਜਦੋਂ ਤੂੰ ਪਿਆਰ ਵਾਲੀ ਮੁਹੱਬਤ ਵਾਲੀ ਪੌੜੀ ਦੇ ਉੱਤੇ ਚੜ੍ਹੇਗਾ ਤੇ ਫੇਰ ਤੈਨੂੰ ਇਸ ਗੱਲ ਦੀ ਸਮਝ ਪਵੇਗੀ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰਦਿਆਂ ਕਹਿਣ ਲੱਗੇ, ਭਾਈ ਸਿੱਖਾ ਬਸ ਇੰਨੀ ਗੱਲ ਸਮਝ ਲੈ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਾਰ ਜਾਣੈ, ਜੋਗੀ ਕਹੀਐ ਸੋਈ। ਜੁੜਿਆ ਹੋਇਆ ਉਸੇ ਨੂੰ ਕਿਹਾ ਜਾ ਸਕਦਾ ਜਿਹਦੇ ਅੰਦਰ ਇਕੁਐਲਿਟੀ ਆ ਗਈ ਹੈ, ਜਿਹਦੇ ਸੁਭਾਅ ਵਿੱਚ ਸਮਾਨਤਾ ਆ ਗਈ ਹੈ, ਜਿਹਨੂੰ ਸੰਸਾਰ ਦੇ ਵਿੱਚ ਜਾਤ ਵਰਨ ਵੰਡ ਦੇ ਲਿਹਾਜ਼ ਨਾਲ ਕੋਈ ਉੱਚਾ ਕੋਈ ਨੀਵਾਂ, ਕੋਈ ਛੋਟਾ ਕੋਈ ਵੱਡਾ ਨਹੀਂ ਨਜ਼ਰੀ ਪੈਂਦਾ। ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਹ ਬਚਨ, ਜਿੱਥੋਂ ਦਾਸ ਨੇ ਬੇਨਤੀ ਪ੍ਰਾਰੰਭ ਕੀਤੀ ਸੀ, ਭਾਈ ਸਾਹਿਬ ਹੋਰਾਂ ਨੇ ਸ਼ਬਦ ਪੜਿਆ ਸੀ, ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਗੁਰੂ ਗ੍ਰੰਥ ਸਾਹਿਬ ਨੇ ਜਿੰਨਾ ਸਾਨੂੰ ਜਗਾਇਆ ਕਿ ਸੱਚੀ ਮੁੱਚੀ ਆਪਾਂ ਉਨਾ ਜਾਗ ਗਏ ਹਾਂ। ਜਦੋਂ ਮੇਰੇ ਹਜ਼ੂਰ ਨੇ ਇਸ ਗੱਲ ਦੀ ਇੰਟਰਪ੍ਰੀਟੇਸ਼ਨ ਕੀਤੀ ਨਾ, ਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਕਿਰਦਾਰ ਬੜਾ ਹੌਲਾ ਤੇ ਨੀਵਾਂ ਰਹਿ ਗਿਆ। ਖਾਸ ਤੌਰ ਦੇ ਉੱਤੇ ਜਦੋਂ ਮਾਲਕ ਆਖਦੇ ਨੇ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਤੇਰੀਆਂ ਅੱਖਾਂ
ਗਫਲਤ ਦੀ ਨੀਂਦਰ ਵਿੱਚ ਸੁੱਤੀਆਂ ਪਈਆਂ ਨੇ, ਜਿਨ੍ਹਾਂ ਨੇ ਇਸ ਬ੍ਰਹਿਮੰਡ ਦੇ ਵਿੱਚੋਂ ਰੱਬ ਨੂੰ ਵੇਖਣਾ ਸੀ। ਇਹ ਅੱਖਾਂ ਰੂਪ ਵੇਖ ਕੇ ਕਾਮ ਭੋਗਦੀਆਂ ਪਈਆਂ ਨੇ। ਇੱਕ ਵਿਦਵਾਨ ਨੇ ਤੇ ਇੱਥੋਂ ਤੱਕ ਲਿਖਿਆ, ਜਦੋਂ ਸਰੀਰ ਨਿਰਬਲ ਹੋ ਜਾਂਦਾ ਹੈ, ਅੰਗ ਕਰਮ ਨਹੀਂ ਕਰਦੇ, ਤੇ ਮਨੁੱਖ ਸੋਚ ਦੇ ਪੱਧਰ ਦੇ ਉੱਤੇ, ਵਿਚਾਰਾਂ ਦੇ ਪੱਧਰ ਦੇ ਉੱਤੇ ਫੇਰ ਭਾਈ ਵਿਕਾਰ ਭੋਗਦਾ ਹੈ। ਭਾਵ ਕੀ ਹੈ, ਜਿਵੇਂ ਜਿਵੇਂ ਉਮਰ ਵਧੀ ਇਹ ਸਾਰੇ ਅਵਗੁਣ ਘਟਣੇ ਚਾਹੀਦੇ ਸਨ, ਪਰ ਘਟਣ ਦੀ ਥਾਂ ਤੇ ਸਗੋਂ ਹੋਰ ਵਧੇ। ਤੇ ਮੇਰੇ ਹਜ਼ੂਰ ਨੇ ਬਖਸ਼ਿਸ਼ ਕੀਤੀ, ਆਖਿਆ ਅੱਖਾਂ ਦੇ ਵਿੱਚ ਨੀਂਦਰ ਹੈ ਪਰਾਇਆ ਰੂਪ ਤੱਕਣ ਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਹੋਰ ਕਿਹੜੀ ਕਿਹੜੀ ਨੀਂਦਰ ਦੇ ਵਿੱਚ ਇਹ ਬੰਦਾ ਸੁੱਤਾ ਪਿਆ ਏ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਨ ਸੋਏ ਸੁਣ ਨਿੰਦ ਵਿਚਾਰ। ਮਾਲਕ ਸਮਝਾਉਂਦਿਆਂ ਕਹਿਣ ਲੱਗੇ ਕਿ ਇਹ ਕੰਨਾਂ ਦੀ ਆਦਤ ਬਣ ਗਈ ਹੈ, ਇਹਨਾਂ ਨੂੰ ਆਪਣੀ ਉਸਤਤ ਚੰਗੀ ਲੱਗਦੀ ਹੈ ਤੇ ਦੂਜੇ ਦੀ ਬੁਰਾਈ ਹੋਰ ਜ਼ਿਆਦਾ ਚੰਗੀ ਲੱਗਦੀ ਹੈ। ਇਹਨਾਂ ਦਾ ਟੇਸਟ ਹੀ ਇਸੇ ਤਰ੍ਹਾਂ ਦਾ ਡਿਵੈਲਪ ਹੋ ਗਿਆ। ਬਾਬਾ ਕਬੀਰ ਜੀ ਨੂੰ ਕਿਸੇ ਨੇ ਸੁਨੇਹਾ ਦਿੱਤਾ ਵੀ ਤੁਹਾਡੇ ਬਾਬਤ ਫਲਾਂ ਵਿਅਕਤੀ ਇਹ ਅੱਖਰ ਵਰਤਦਾ ਪਿਆ ਸੀ ਕਿ ਉਹ ਕੋਈ ਰੱਬ ਦਾ ਭਗਤ ਨਹੀਂ ਹੈਗਾ, ਇੰਜ ਅਡੰਬਰ ਕਰਦਾ ਹੈ। ਭਗਤ ਜੀ ਨੇ ਸਾਰੀਆਂ ਗੱਲਾਂ ਸੁਣ ਕੇ ਆਪਣੀ ਝੋਲੀ ਵਿੱਚ ਪਵਾ ਲਈਆਂ ਤੇ ਆਪਣੇ ਪੁੱਤਰ ਨੂੰ ਕਹਿਣ ਲੱਗੇ, ਕਾਕਾ ਜਾ ਉਸ ਬੰਦੇ ਨੂੰ ਲੰਗਰ ਪ੍ਰਸ਼ਾਦ ਤੇ ਨਾਲ ਆ ਲੋਈ ਭੇਟਾ ਕਰਕੇ ਆ। ਜਦੋਂ ਭਗਤ ਕਬੀਰ ਜੀ ਦਾ ਭੁਜੰਗੀ ਇਹ ਸਾਰਾ ਸਮਾਨ ਲੈ ਕੇ ਉਹਦੇ ਕੋਲ ਪਹੁੰਚਿਆ ਤੇ ਨਾਲ ਦੱਸਿਆ ਕਿ ਮੇਰੇ ਪਿਤਾ ਜੀ ਨੇ ਮੈਨੂੰ ਭੇਜਿਆ ਕਿ ਤੁਹਾਨੂੰ ਇਹ ਲੰਗਰ ਪ੍ਰਸ਼ਾਦ ਤੇ ਨਾਲ ਇਹ ਭੇਟਾ ਦੇਣੀ ਹੈ, ਤੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਵੀ ਮੈਂ ਸਾਰਾ ਦਿਨ ਜਿਹੜੇ ਬੰਦੇ ਦੇ ਉਲਟ ਸੋਚਦਾ, ਉਲਟ ਬੋਲਦਾ ਤੇ ਹੱਦ ਹੋ ਗਈ। ਉਹ ਮੇਰੇ ਵਾਸਤੇ ਇੰਨੇ ਸਤਿਕਾਰ ਨਾਲ ਵਸਤੂਆਂ ਭੇਜਦਾ ਪਿਆ ਹੈ। ਇਸ ਤਰ੍ਹਾਂ ਬਾਬਾ ਕਬੀਰ ਜੀ ਨੂੰ ਕਰਦਿਆਂ ਲੰਮਾ ਸਮਾਂ ਹੋ ਗਿਆ, ਮਨ ਪਿੰਗਲ ਗਿਆ ਉਸ ਬੰਦੇ ਦਾ। ਉਹਨੇ ਭਗਤ ਜੀ ਦੇ ਉਲਟ ਬੋਲਣਾ ਬੰਦ ਕਰ ਦਿੱਤਾ। ਉਲਟ ਬੋਲਣਾ ਬੰਦ ਕਰ ਦਿੱਤਾ। ਭਗਤ ਜੀ ਜਿਹੜਾ ਸਮਾਨ ਘੱਲਦੇ ਸੀ ਉਹ ਬੰਦ ਕਰ ਦਿੱਤਾ। ਉਹ ਹੈਰਾਨੀ ਕੁਨ ਭਗਤ ਜੀ ਬਾਬਾ ਕਬੀਰ ਜੀ ਕੋਲ ਆ ਕੇ ਕਹਿਣ ਲੱਗਾ, ਜਦੋਂ ਮੈਂ ਤੁਹਾਡੀ ਬੁਰਾਈ ਕਰਦਾ ਸਾਂ ਤੇ ਤੁਸੀਂ ਇੰਨੀਆਂ ਵਸਤੂਆਂ ਮੈਨੂੰ ਭੇਟ ਕਰਦੇ ਸੀ, ਹੁਣ ਮੈਂ ਚੁੱਪ ਕਰ ਗਿਆ, ਸਗੋਂ ਤੁਹਾਡੀ ਤਾਰੀਫ ਕਰਦਾ। ਭਗਤ ਜੀ ਕਹਿਣ ਲੱਗੇ, ਇੱਕ ਨਿੰਦਕ ਹੀ ਤਾਂ ਹੈ ਜਿਹੜਾ ਬਿਨਾਂ ਤਨਖਾਹ ਦਿੱਤਿਆਂ ਤੋਂ ਪੂਰੀ ਜ਼ਿੰਮੇਵਾਰੀ ਨਾਲ ਕੰਮ ਨਿਭਾਉਂਦਾ ਹੈ। ਤੇ ਭਗਤ ਜੀ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਮਾੜਾ ਬੋਲਣ ਨਾਲ? ਕਹਿਣ ਲੱਗੇ, ਭੁੱਲ ਜੋ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ। ਕਿਸੇ ਵੇਲੇ ਨਾ ਮਤਲਬ ਸਾਡੇ ਬਾਰੇ ਕੋਈ ਸਹੀ ਗੱਲ ਵੀ ਕਰੇ ਤੇ ਆਪਾਂ ਉਹਨੂੰ ਵੀ ਨਿੰਦਿਆ ਵਿੱਚ ਪਾ ਦਿੰਦੇ। ਜਿੰਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਹਰ ਗੱਲ ਦੀ ਸਾਨੂੰ ਡੈਫੀਨੇਸ਼ਨ ਨਹੀਂ ਨਾ ਸਮਝ ਲੱਗਦੀ, ਉਨੀ ਦੇਰ ਤੱਕ ਇਹ ਦੁਵਿਧਾ ਬਣੀ ਰਹਿਣੀ ਹੈ। ਹਾਂ, ਮੋਟੇ ਰੂਪ ਵਿੱਚ ਇੰਨੀ ਗੱਲ ਚੇਤੇ ਰੱਖਿਆ ਜੇ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਬੜੇ ਮੁਬਾਰਕ ਬਚਨ ਨੇ, ਜਿਨ੍ਹਾਂ ਵਿੱਚ ਹਜ਼ੂਰ ਨੇ ਕਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਅੱਗੇ ਪਾਠ ਹੈ ਜੀ, ਨੈ ਨਿੰਦਿਆ ਨੈ ਉਸਤਤ ਜਾਂਕੈ। ਚੇਤੇ ਰੱਖਿਆ ਜੇ ਸਾਧ ਸੰਗਤ, ਜਿਹੜੀ ਉਸਤਤ ਹੈ ਉਹ ਵੀ ਚਾਪਲੂਸੀ ਤੋਂ ਬਗੈਰ ਨਹੀਂ ਕੀਤੀ ਜਾ ਸਕਦੀ। ਤੇ ਪ੍ਰੇਜ਼ ਕਿਸੇ ਦੀ ਸਹੀ ਗੱਲ ਕਰਨੀ ਕੋਈ ਗਲਤ ਨਹੀਂ ਹੈਗਾ। ਹਾਂ, ਕਿਸੇ ਨੇ ਕੱਪੜਾ ਕਾਲਾ ਪਾਇਆ ਤੇ ਆਪਾਂ ਉਹਨੂੰ ਕਹੀਏ ਨਹੀਂ ਇਹ ਤਾਂ ਚਿੱਟੇ ਰੰਗ ਦਾ, ਤੇ ਉਹਨੂੰ ਇੱਕ ਵਿਦਵਾਨ ਤੇ ਇੱਥੋਂ ਤੱਕ ਲਿਖਦਾ, ਜਿਹੜਾ ਚਾਪਲੂਸ ਬੰਦਾ ਹੈ
ਉਹ ਪਾਟੇ ਹੋਏ ਕੋਟ ਨੂੰ ਵੀ ਸੋਨੇ ਦੇ ਬਟਨ ਲਾ ਦਿੰਦਾ ਹੈ। ਉਹ ਚਾਪਲੂਸੀ ਇਸ ਵਾਸਤੇ ਨਹੀਂ ਕਰ ਰਿਹਾ ਕਿ ਉਹਦਾ ਸੁਭਾਅ ਹੈ ਕਿਸੇ ਨੂੰ ਚੰਗਾ ਕਹਿਣਾ, ਉਹ ਚਾਪਲੂਸੀ ਸਿਰਫ ਇਸ ਵਾਸਤੇ ਕਰ ਰਿਹਾ ਉਹਨੇ ਆਪਣਾ ਕੋਈ ਮਸਲਾ ਹੱਲ ਕਰਾਉਣਾ ਹੈ। ਜਦੋਂ ਮਸਲਾ ਹੱਲ ਹੋ ਗਿਆ ਤੇ ਚਾਪਲੂਸੀ ਬੰਦ। ਬਸ ਇਹਦੇ ਤੋਂ ਬਾਅਦ ਤੇ ਇਹ ਅਟਲ ਬਚਨ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ, ਕਿਸੇ ਗੱਲ ਨੂੰ ਵਧਾ ਕੇ ਕਹਿਣਾ ਜਿੰਨੀ ਹੈ ਉਨੀ ਨਾ ਦੱਸ ਕੇ ਵਧਾ ਕੇ ਕਹਿਣਾ ਉਸਤਤ ਹੈ, ਤੇ ਕਿਸੇ ਗੱਲ ਨੂੰ ਘਟਾ ਕੇ ਕਹਿਣਾ ਨਿੰਦਿਆ ਹੈ, ਬਦਲ ਕੇ ਕਹਿਣਾ ਨਿੰਦਿਆ ਹੈ। ਜੋ ਕੋਈ ਕਿਰਦਾਰ ਹੈ, ਜੇ ਹੁਣ ਆਪਾਂ ਡੇਰੇਦਾਰਾਂ ਦੀ ਜਾਂ ਪਖੰਡੀਆਂ ਦੀ ਜਾਂ ਕਰਮ ਕਾਂਡੀਆਂ ਦੀ, ਤੇ ਇਹ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਇਆ। ਪੰਕਤੀਆਂ ਕਰਿਆ ਜੇ ਕਿਰਪਾ ਜਿਨ੍ਹਾਂ ਨੂੰ ਯਾਦ ਨੇ, ਮਾਥੇ ਤਿਲਕ ਹੱਥ ਮਾਲਾ ਬੰਨ, ਇਹ ਹੁਣ ਧਰਮ ਦੀਆਂ ਹੀ ਨਿਸ਼ਾਨੀਆਂ ਨੇ ਨਾ। ਪਰ ਜਿਹੜੇ ਬੰਦੇ ਨੇ ਤਿਲਕ ਲਾ ਲਿਆ, ਹੱਥ ਵਿੱਚ ਮਾਲਾ ਫੜ ਲਈਏ, ਪਰ ਕਰਮ ਉਸ ਤਰ੍ਹਾਂ ਦੇ ਨਹੀਂ ਹੈਗੇ, ਤੇ ਉੱਥੇ ਤੇ ਸਾਰੇ ਹੀ ਇਤਰਾਜ਼ ਕਰਨਗੇ ਨਾ ਵੀ ਭਾਈ ਤੇਰੀ ਮਾਲਾ ਫੜਨ ਦਾ ਕੀ ਫਾਇਦਾ ਹੋਇਆ, ਮੱਥੇ ਤੇ ਤਿਲਕ ਲਾਉਣ ਦਾ ਕੀ ਫਾਇਦਾ ਹੋਇਆ। ਅੱਗੇ ਕੀ ਹੈ ਜੀ ਪੰਕਤੀ, ਲੋਗਨ ਰਾਮ ਤੇ ਖਿਲੌਣੇ ਨਾਲ ਬੰਦਾ ਕੀ ਕਰਦਾ, ਖੇਡਦਾ ਹੈ ਨਾ। ਗੁੱਸਾ ਤੇ ਨਹੀਂ ਕਰੋਗੇ, ਧਰਮ ਨਾਲ ਵੀ ਲੋਕੀ ਅੱਜ ਖੇਡ ਹੀ ਰਹੇ ਨੇ। ਧਰਮ ਨਾਲ ਬੰਦਾ ਆਪਣਾ ਆਪਾ ਨਹੀਂ ਬਦਲਣਾ ਚਾਹੁੰਦਾ, ਤੇ ਇਹਨਾਂ ਮੁਲਕਾਂ ਦੇ ਵਿੱਚ ਤੇ ਹੋਰ ਜ਼ਿਆਦਾ ਪ੍ਰੋਬਲਮ ਹੈ। ਹਰ ਬੰਦਾ ਧਰਮ ਨੂੰ ਆਪਣੇ ਮੁਤਾਬਕ ਬਦਲਣਾ ਚਾਹੁੰਦਾ ਹੈ। ਗੁਰਦੁਆਰੇ ਦਾ ਸਿਸਟਮ ਸਾਡੇ ਮੁਤਾਬਕ ਚੱਲੇ, ਬਾਬਾ ਵਿਚਾਰਾ ਸਾਡੇ ਮੁਤਾਬਕ ਬੋਲੇ, ਕੀਰਤਨੀਏ ਸਾਡੇ ਮੁਤਾਬਕ ਸ਼ਬਦ ਸੁਣਾਉਣ। ਕਿਸੇ ਵੇਲੇ ਕੋਈ ਭਾਵਨਾ ਹੁੰਦੀ ਹੈ, ਕੋਈ ਜਗਿਆਸੂ ਕਹਿੰਦਾ ਵੀ ਭਾਈ ਸਾਹਿਬ ਇਹ ਸ਼ਬਦ ਜ਼ਰੂਰ ਸਰਵਣ ਕਰਵਾਇਆ ਜੇ, ਅਦਰਵਾਈਜ਼ ਸੱਚੀ ਗੱਲ ਤੇ ਇਹ ਹੈ ਅਸੀਂ ਉਹੀ ਸੁਣਨਾ ਚਾਹੁੰਦੇ ਆ ਜੋ ਸਾਨੂੰ ਪਾਉਂਦਾ ਹੈ, ਜਿਹੜਾ ਸਾਨੂੰ ਫਿੱਟ ਬਹਿੰਦਾ ਹੈ। ਇਸ ਵਾਸਤੇ ਬਾਬਾ ਕਬੀਰ ਜੀ ਕਹਿਣ ਲੱਗੇ, ਭਾਈ ਇੱਕ ਨਿੰਦਕ ਐਸਾ ਬੰਦਾ ਹੈ ਜਿਹੜਾ ਬਗੈਰ ਤਨਖਾਹ ਲਿਆ ਤੋਂ ਪੂਰੀ ਜ਼ਿੰਮੇਵਾਰੀ ਦੇ ਨਾਲ ਆਪਣਾ ਕੰਮ ਕਰਦਾ ਹੈ। ਤੇ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਇਹ ਨਿੰਦਿਆ ਜਿਹੜੀ ਗਲੀਆਂ ਕੂਚੀਆਂ ਘਰਾਂ ਬਾਜ਼ਾਰਾਂ ਵਿੱਚ ਹੁੰਦੀ ਸੀ, ਜਦੋਂ ਅਸੀਂ ਗੁਰੂ ਦਰਬਾਰ ਵਿੱਚ ਵੀ ਕਰਨੀ ਸ਼ੁਰੂ ਕਰ ਦਿੱਤੀ, ਉਹਦਾ ਮਤਲਬ ਕੀ ਹੋਇਆ, ਸਰੋਤ ਦਾ ਨਿਗਾਰ ਹੋ ਗਿਆ। ਸਰੋਤ ਦਾ ਅੰਦਰ ਡਿਵੈਲਪ ਹੋਣਾ ਚਾਹੀਦਾ ਸੀਗਾ, ਪਰ ਸਗੋਂ ਉਹ ਹੋਰ ਨੀਵੇਂ ਪਾਸੇ ਵਾਲੇ ਚਲਾ ਗਿਆ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਿਰਪਾ ਕੀਤੇ, ਬਾਬਾ ਕਬੀਰ ਜੀ ਕਹਿਣ ਲੱਗੇ, ਭਾਈ ਮੇਰੇ ਬਾਬਤ ਜੋ ਵੀ ਕਿਸੇ ਨੇ, ਹਾਂ ਜੇ ਤੁਸੀਂ ਮੈਨੂੰ ਪੁੱਛਦੇ ਵੀ ਮੈਂ ਕੀ ਆ, ਤੇ ਮੇਰੀ ਅਸਲੀਅਤ ਇਹ ਹੈ, ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਣੀ। ਮੇਰੇ ਉੱਤੇ ਐਸੀ ਰੱਬ ਦੀ ਕਿਰਪਾ ਹੋਈ ਹੈ, ਪੈਰਾਂ ਥੱਲੋਂ ਜ਼ਮੀਨ ਖਿਸਕ ਜਾਣੀ ਹੈ। ਸੁਣਿਆ ਜੇ ਪਾਠ ਧਿਆਨ ਦੇ ਨਾਲ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੂ ਹਰ ਫਿਰੈ। ਰੱਬ ਵੀ ਪਿੱਛੇ ਪਿੱਛੇ ਟੁਰਿਆ ਫਿਰਦਾ। ਕਿਹੜੀ ਐਡੀ ਪਵਿੱਤਰ ਰੂਹ ਅੱਜ ਦੁਨੀਆ ਦੇ ਵਿੱਚ ਹੋਏਗੀ ਜਿਹੜੀ ਹੱਥ ਖੜਾ ਕਰਕੇ ਕਵੇ, ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵੇਂਗੇ, ਸੁਣੈ ਸੁਣ ਮਿਲਿਆ ਸਮਦਰਸ਼ੀ ਪਵਨ ਰੂਪ ਹੋਏ ਜਾਵੇਂਗੇ, ਬਾਹਰ ਹਮ ਕਾਹੇ ਆਵੇਂਗੇ ਆਵਣ ਜਾਣਾ ਹੁਕਮ ਤਿਸੈ ਕਾ, ਹੁਕਮੈ ਬੂਝ ਸਮਾਵੇਂਗੇ। ਕੋਈ ਐਸਾ ਬੰਦਾ ਮਿਲਿਆ ਵੀ ਮੇਰਾ ਆਣ ਜਾਣ ਦਾ ਗੇੜ ਮੁੱਕ ਗਿਆ ਹੈ ਜੀ। ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ ਆਪਾਂ ਕੀ ਅਰਦਾਸ ਕਰਨੇ ਆ ਵੀ ਮਹਾਰਾਜ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਆ ਜੀ। ਪੰਕਤੀਆਂ ਵੀ ਬੋਲਨੇ ਆ, ਲੇਖੈ ਕਤੈ ਨਾ ਛੁੱਟੀਐ ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਕਾਰਨ ਕੀ, ਕਾਰਨ ਬਹੁਤ ਸਪਸ਼ਟ ਹੈ ਕਿ ਬੰਧਨਾਂ ਦੇ ਵਿੱਚੋਂ ਪਾਰ ਲੰਘਣਾ ਸਾਡੀ ਅਕਲ ਦੇ, ਸਾਡੇ ਸਮਝ ਤੇ ਵਸ ਦੀ ਗੱਲ ਹੈ ਨਹੀਂ। ਜੇ ਗੁਰੂ ਕਿਤੇ ਤਰੁੱਠ ਕੇ ਆਪਣੀ ਕਿਰਪਾ ਦਾ ਹੱਥ ਸਿਰ ਦੇ ਉੱਤੇ ਰੱਖ ਦੇ, ਜਿਵੇਂ ਭਾਈ ਕਨ੍ਹਈਏ ਦੇ ਸਿਰ ਉੱਤੇ ਰੱਖਿਆ, ਫਿਰ ਸੰਭਾਵਨਾ ਹੈ, ਫਿਰ ਪੋਸੀਬਿਲਿਟੀ ਹੈ। ਅਦਰਵਾਈਜ਼ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ, ਨੈਣੋ ਨੀਂਦ
पर दृष्ट विकार, श्रवण सोए सुन निंद विचार। अखां भी सौ गईयां ने, ਕੰਨ भी सो गए ने, निंदिया सुन के, चुगली सुन के। हजूर तीजी गल कहन लगे, रसना सोई लोभ मीठै साध। किन्नी उम्र भोग लई, किन्ने पदार्थां दा स्वाद चेक कर लिया, पर हजूर कहन लगे अज तक इहदे हिस्से रज नहीं आया। रसना सोई लोभ मीठै साध। सच्चे पातशाह जी महाराज साडा होर की सुता पिया है। हजूर कहन लगे मन सोया माया बिस्माद। बंदे दा जड़ा मन है ये भाई माया दे प्रभाव दे विच सुता पिया है, अगे रहाओ वाला बंद है। इस गृह में कोई जागत रहे, साबत वस्त ओ अपनी लहै। कहन लगे जे कोई ये मनुखा देही प्राप्त करके, जिन्हों हजूर ने कहा ज्ञानी होए सो चेतन होए, अज्ञानी अंध कमाए। कोई जागदा रहिंदा ते भाई फिर ओदा इस संसार दे विच आउणा सफला है। जागदे होए नूं लुटिया नहीं जा सकदा। ना ओ मरै ना ठागे जाए, जिन कै राम वसै मन माए। हजूर ने गुरु अर्जन साहब जी ने अज बख्शिश की, शांत पाई गुर गोबिंद पाई। इस सृष्टि दे पालन हारे अकाल पुरख ने भाई मेरी जिंदगी दे विच शांति बख्शिश कर दिती है। साध संगत ये पाठ मेरे ख्याल विच तुहानू भी चेते होवेगा ते तुहाडे आशीर्वाद नाल दास ने भी पढ़ना है। बचन की ने, धुर की बाणी आई तिन सगली। जे पाठ याद है तो करो कृपा। तिन सगली दसो किदी चिंता है जड़ी मुक गई। चिंतत ही दिसै सब कोए। सारे फिक्र दे विच ने, सारे चिंता दे विच ने। चेतै एक तहीं सुख होए। भाई शांति ते उदों आउणी है, रसना गुण गोपाल निध गायन। शांत सहज रहस मन उपजेओ, सगले दुख पलायन। आवन जान रहो तप्त कड़ाहा बुझ गया, गुर शीतल नाम दियो। हजूर ने अगे कृपा बख्शिश की, आख्या ताप पाप बिन से मेरे भाई। उस अकाल पुरख परिपूर्ण परमेश्वर की कृपा दे नाल जिथे जीवन दे विच शांति आई, आख्या उथे हर तरह के दुख भी गुरु ने कृपा बख्शिश करके जीवन दे विचों दूर कर दिते। जपजी साहब दे बड़े पावन पवित्र बोल ने रोज आपां दोहराउंदे आ, नानक भगतां सदा विगास, सुने दुख पाप का नाश। राम नाम नित रसन बखान। हे भाई इस रसना तो उस मालक की सिफतो सलाह कर, ओदी वडियाई कर, ओदे गीत गा। बिन से रोग भये कल्याण। जिथे भाई शरीरक मानसिक रोग बिनस जाणगे, जीवन का कल्याण पार उतारा हो जाएगा। पार ब्रह्म गुण अगम विचार। जिमें जिमें उस अकाल पुरख दे दैवी गुणां दी विचार करेगा, चर्चा करेगा, जिनमें जिमें उस मालक दियां गल्लां बातां पाएगा, साधु संगम है निस्तार। गुरु रूप साधु की संगत दे विच बैठिया जीवन का पार उतारा हो जाएगा। अखीरले बंद निर्मल गुण
ਗਾਵੋ ਨਿਤ ਨੀਤ। ਭਾਈ ਮੈਲ ਤੋਂ ਰਹਿਤ ਉਸ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਦੇ ਸਦੀਵ ਕਾਲ ਗੀਤ ਗਾਉਣਾ ਕਰੀਏ। ਗਈ ਬਿਆਦ ਉਬਰੇ ਜਨ ਮੀਤ। ਉਹ ਮਾਲਕ ਕਿਰਪਾ ਬਖਸ਼ਿਸ਼ ਕਰਦਾ ਜੀਵਨ ਦੇ ਵਿੱਚੋਂ ਆਦ ਬਿਆਦ ਉਪਾਦ ਨੂੰ ਨੇਸਤੋ ਨਾਬੂਦ ਕਰ ਦਿੰਦਾ ਹੈ। ਮਨ ਬਚ ਕਰਮ ਪ੍ਰਭ ਆਪਣਾ ਧਿਆਈ। ਮਨ ਕਰਕੇ ਬਚਨਾ ਕਰਕੇ ਭਾਈ ਜਿਹੜਾ ਵੀ ਮਨੁੱਖ ਉਸ ਅਕਾਲ ਪੁਰਖ ਨੂੰ ਧਿਆਉਂਦਾ ਹੈ। ਨਾਨਕ ਦਾਸ ਤੇਰੀ ਸ਼ਰਨਾਈ। ਉਸ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਦੀ ਸ਼ਰਨ ਵਿੱਚ ਜਾਇਆ ਜੀਵਨ ਦਾ ਪਾਰ ਉਤਾਰਾ ਹੋ ਜਾਂਦਾ ਹੈ। ਮਾਲਕ ਤਰੁੱਠ ਕੇ ਝੋਲੀ ਦੇ ਵਿੱਚ ਸ਼ਾਂਤੀ ਦੀ ਦਾਤ ਪਾਉਂਦਾ ਹੈ। ਸਾਰੇ ਕਰਿਆ ਜੀ ਕਿਰਪਾ ਬਚਨ ਸਤਿਗੁਰ ਆਇਓ ਸ਼ਰਨ ਤੁਹਾਰੀ। ਮਿਲੈ ਸੂਖ ਨਾਮ ਹਰ ਸ਼ੋਭਾ ਚਿੰਤਾ ਲਾਹੇ ਹਮਾਰੀ। ਅਵਰ ਨਾ ਸੂਝੈ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ। ਲੇਖਾ ਛੋੜ ਅਲੇਖੈ ਛੂਟੈ ਹਮ ਨਿਰਗੁਣ ਲੇਹੋ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੇਹ ਆਧਾਰੀ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੀ। ਭੁੱਲਾਂ ਚੁੱਕਾਂ ਲਈ ਖਿਮਾ। ਗੁਰਫਤਿਹ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਸਤਿਕਾਰਯੋਗ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਨਲਵੀ ਜੀ, ਜਿਨ੍ਹਾਂ ਨੇ ਬਹੁਤ ਪਿਆਰ ਦੁਆਰਾ ਜੋ ਲੜੀਵਾਰ ਕਥਾ ਚਲਦੀ ਹੈ ਜੋ ਵਿਚਾਰਾਂ ਦੁਆਰਾ ਨਿਹਾਲ ਕੀਤਾ ਹੈ ਜੀ। ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਤਖਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਬਠਿੰਡਾ ਵਾਲੇ, ਤਿੰਨਾਂ ਦਾ ਜਥਾ ਜੋ ਗੁਰਮੁਖ ਪਿਆਰੇ ਹੁਣ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ ਸੰਗਤ ਜੀ। ਔਰ ਜੋ ਇਸ ਹਫ਼ਤੇ 'ਚ ਆਪਾਂ ਸ਼ਹੀਦ ਸਿੰਘਾਂ ਨੂੰ ਯਾਦ ਕਰ ਰਹੇ ਹਾਂ, ਔਰ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਨੇ ਵੀ ਨਲਵੀ ਜੀ ਨੇ ਜਿਵੇਂ ਭਾਈ ਕਨ੍ਹਈਆ ਜੀ ਦਾ ਜ਼ਿਕਰ ਕੀਤਾ, ਕਿਵੇਂ ਦਇਆ ਸੀ ਉਹਨਾਂ ਦੇ ਹਿਰਦੇ 'ਚ ਔਰ ਨਿਰਵੈਰ ਆਤਮਾ ਸਨ, ਤਿਵੇਂ ਹੀ ਇੱਕ ਹੋਰ ਗੁਰਸਿੱਖ ਦਾ ਛੋਟਾ ਜਿਹਾ 1 ਮਿੰਟ ਲਈ ਜ਼ਿਕਰ ਕਰਦੇ ਹਾਂ ਆਪਾਂ। ਜਿਵੇਂ ਵੱਡੇ ਘੱਲੂਘਾਰੇ ਦੇ ਵਿੱਚ ਜੋ ਇਤਨਾ ਭਿਆਨਕ ਸਮਾਂ, ਜੋ ਲੱਖਾਂ ਦੀਆਂ ਜੋ ਅਬਦਾਲੀ ਦੀਆਂ ਫੌਜਾਂ ਬੀਬੀਆਂ ਬਜ਼ੁਰਗਾਂ ਔਰ ਬੱਚਿਆਂ ਦਾ ਜੋ ਤਿੰਨਾਂ ਨੂੰ ਸ਼ਹੀਦ ਕਰ ਰਹੀਆਂ ਸਨ, ਜੋ ਸੁਲਤਾਨ ਕੌਮ ਸਨ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ, ਤਿੰਨਾਂ ਦਾ ਜੰਗ ਦੇ ਦੌਰਾਨ ਜੋ ਹੈ ਘੋੜਾ ਜਦੋਂ ਥੱਕ ਗਿਆ ਤੇ ਉਹਨਾਂ ਦੇ ਜੋ ਗੜਵਈ ਸੀ ਸੇਵਾਦਾਰ ਸੀ ਨਾਲ, ਉਹਨੇ ਕਿਹਾ ਕਿ ਮੈਨੂੰ ਚਾਬੁਕ ਮਾਰਦਾ ਹਾਂ, ਹੰਟਰ ਮਾਰਦਾ ਹਾਂ, ਤੁਸੀਂ ਜੋ ਜੰਗ ਦੇ ਮੈਦਾਨ ਵਿੱਚੋਂ ਸੁਰੱਖਿਅਤ ਨਿਕਲ ਜਾਵੋ। ਤਾਂ ਦੇਖੋ ਬਾਬਾ ਜੱਸਾ ਸਿੰਘ ਜੀ ਨੇ ਆਪਣੇ ਗੜਵਈ ਨੂੰ ਕੀ ਕਿਹਾ ਕਿ ਨਾ ਭਾਈ ਇਹ ਕੰਮ ਬਿਲਕੁਲ ਨਾ ਕਰੀ, ਜੋ ਘੋੜੇ ਨੂੰ ਹੰਟਰ ਨਹੀਂ ਮਾਰਨਾ, ਨਹੀਂ ਤੇ ਕੱਲ੍ਹ ਨੂੰ ਜਦੋਂ ਮੈਂ ਦਰਬਾਰ ਵਿੱਚ ਬੈਠਾਂਗਾ ਤੇ ਜੋ ਸੰਗਤ ਜਾਂ ਲੋਕ ਮੈਨੂੰ ਇਹ ਤਾਨਾ ਮਾਰਿਆ ਕਰਨਗੇ ਕਿ ਇਹ ਉਹੀ ਹੈ ਜੱਸਾ ਸਿੰਘ ਜੋ ਰਨ ਦੇ ਮੈਦਾਨ ਵਿੱਚੋਂ ਆਪਣੇ ਸੇਵਾਦਾਰ ਤੋਂ ਘੋੜੇ ਨੂੰ ਚਾਬੁਕ ਮਰਵਾ ਕੇ ਹੰਟਰ ਮਰਵਾ ਕੇ ਦੌੜ ਗਿਆ ਸੀ। ਫਿਰ ਸੇਵਾਦਾਰ ਨੇ ਆਪਣਾ ਘੋੜਾ ਉਹਨਾਂ ਨੂੰ ਦੇ ਦਿੱਤਾ ਤਾਂ ਕਿ ਤੁਸੀਂ ਜੋ ਹੈ ਇਹਨਾਂ ਬੀਬੀਆਂ ਔਰ ਬਜ਼ੁਰਗਾਂ ਦੀ ਰੱਖਿਆ ਕਰ ਰਹੇ ਹੋ। ਫਿਰ ਉਹ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਜੋ ਬੜਾ ਡਟ ਕੇ ਲੜੇ, ਉਹਨਾਂ ਦੇ ਸਰੀਰ ਤੇ 22 ਫੱਟ ਵੀ ਲੱਗ ਗਏ, ਜੋ ਗੋਲੀਆਂ ਨੇਜ਼ੇ ਅਤੇ ਹੋਰ ਤਲਵਾਰਾਂ ਦੇ ਉਹਨਾਂ ਦੇ ਜੋ ਫੱਟ ਲੱਗੇ, ਖੂਨ ਇੰਨਾ ਵਗ ਰਿਹਾ ਸੀ। ਪਰ ਫਿਰ ਵੀ ਦੇਖੋ ਕੈਸੇ ਗੁਰਸਿੱਖ ਸਨ, ਇਤਨੇ ਡਟ ਕੇ ਲੜੇ ਕਿ ਮੈਦਾਨ ਨਹੀਂ ਛੱਡਿਆ ਔਰ ਬੀਬੀਆਂ ਬੱਚਿਆਂ ਬਜ਼ੁਰਗਾਂ ਨੂੰ ਜੋ ਕੁਝ ਬਚ ਗਏ ਸਨ ਉਹਨਾਂ ਨੂੰ ਸੁਰੱਖਿਅਤ ਅਸਥਾਨ ਤੇ ਪਹੁੰਚਾ ਕੇ ਹੀ ਸਾਹ ਲਿਆ ਉਹਨਾਂ ਨੇ। ਬਲਿਹਾਰੇ ਜਾਈਏ ਐਸੇ ਗੁਰਸਿੱਖਾਂ ਤੋਂ। ਭਾਈ ਗੁਰਦਾਸ ਜੀ ਕੀ ਕਹਿੰਦੇ ਹਨ? ਭਾਈ ਗੁਰਦਾਸ ਜੀ ਦਾ ਬਚਨ ਹੈ, ਮਸਤਕ ਲੱਗੇ ਸਾਧ ਰੇਨ ਵਡ ਭਾਗ ਜਿਨ੍ਹਾਂ ਦੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ। ਭਾਈ ਐਸੇ ਗੁਰਸਿੱਖਾਂ ਨੂੰ ਮੇਰੇ ਚੰਮ ਦੀਆਂ ਜੋ ਜੁੱਤੀਆਂ ਬਣਾ ਕੇ ਪਹਿਨਾ ਦਿੱਤੀਆਂ ਜਾਣ, ਐਸੇ ਬਲਿਹਾਰੇ ਜਾਂਦੇ ਹਨ ਭਾਈ ਗੁਰਦਾਸ ਜੀ। ਆਓ ਜੀ ਹੁਣ ਗੁਰਬਾਣੀ ਕੀਰਤਨ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
श्री सोए सुनंदड़ी मेरा तन मन मौला, नाम जपंदड़ी लाली, पंद जुलंदड़ी मेरा अंदर ठंडा, गुरदर्शन देख नेहाली। जो हमरी विद होती मेरे सतगुरा, साबिद तुम हर जानो आपे, हर साबिद तुम जानो हर आपे। हम रुलते फिरते कोई बात ना पूछता, गुर सतगुर संग किरे हम थापे। तन गुरु नानक जन केरा, जित मिले चूके सब सोग सम।